अवर न सूझै दूजी ठाहर, हार भरियो ताऊं दुआरी। लेखा छोड़ अलेखै छूटै, हम निर्गुण लिहो उबारी। सद बख्शिंद सदा मेहरबाना, सबना दे आधारी। नानक दास संत पाछै परियो, राख लिहो इह बारी। सज्जन सच्चा पातशाह, सिर शाहां दे साहो। जिस पास बैठिया सोहियै, सबना दा बेसाहो। वाहिगुरू साहिब जियो, जियो निर्मल बाहरह निर्मल, बाहरह निर्मल जियो निर्मल। सतगुर ते करनी कमाणी, कोड़ की सोए पहुँचै नाही। मनसा सच समाणी, जन्म रतन जिनी खटिया, भले से बन जारे। कह नानक जिन मन निर्मल, सदा रहै गुर नाले। कह नानक जिन मन निर्मल, सदा रहै गुर नाले। वाहिगुरू जी का खालसा, वाहिगुरू जी की फतेह। परम सन्मानयोग गुरु प्यारी, गुरु सवारी, गुरु साजी साध संगत जीओ। आप जी वडभागे हो, गुरु चरनां विच बैठ के रब्बी बाणी का परम आनंद रस मान रहे हो। सत्कारयोग भाई साहब पासों रब्बी बाणी के पाठ आप जी ने श्रवण किए हैं। आओ समा है लड़ीवार तो चल रही पवित्र बाणी की विचार, धन गुरु गुरु अमरदास सच्चे पातशाह जी की पवित्र रसना तो उच्चारण की बाणी आनंद साहब। पवित्र बाणी की 20वीं पौड़ी जो कि अज आपां विचार करनी है। 19वीं पौड़ी अंदर पातशाह जी ने उन्हां मनुखां दा जिक्र कीता सी कि जेड़े इस संसार विच, इस जगत विच आउंदे हन, ते उन्हां दा जीवन जिहड़ा है कुछ इस तरह का हुंदा है कि बाहरों धर्मी ते अंदरों जड़े हैं वो अधर्मी होंदे हैं। 3 तरह के मनुख दुनिया विच ने। एक वो ने जिहड़े नास्तिक, जिहड़े धर्म कमा ही नहीं रहे, जिहड़े रब नूं मनदे नहीं, खुदा नूं मनदे नहीं, उन्हां नूं नास्तिक आख्या जाता है। इस करके वो धर्म की गल नहीं करते, ते बहुते उन्हां विचों कई विज्ञान की गल करते हैं। ते कुछ मनुख वो ने जिहड़े धर्म की गल करते हैं पर बाहरी तौर पर करते हैं, अंदर धर्म की उन्हां दे अंदर कोई गलबात नहीं। पर तीसरे वो ने जिहड़े धर्म कमा भी रहे हैं ते उन्हां दा जीवन धर्मी भी है। तो इत्थे उन्हां 2 मनुखां दा जिक्र पहला कि एक वो जिहड़े धर्मी दिस रहे ने पर धर्मी है नहीं। 19वीं पौड़ी में महाराज ने जिक्र किया कि जियो मैले बाहरों निर्मल, बाहरों निर्मल जियो ता मैले तिनी जन्म जुए हारिया। जेड़े सारी जिंदगी धर्मी होने का पाखंड करते रहे हैं, उन्होंने अपना जीवन बाजी जिहड़ी है वो कीमती हार गए। मनुखा जीवन की बाजी
ਸੰਸਾਰ ਵਿੱਚ ਆਏ ਤੇ ਆ ਕੇ ਅਜਾਈ ਚਲੇ ਗਏ। ਇੱਕ ਉਹ ਜਿਹੜੇ ਵਾਕਿਆ ਹੀ ਧਰਮੀ ਹੋਣ ਦਾ ਪਖੰਡ ਨਹੀਂ ਸਨ ਕਰਦੇ, ਬਲਕਿ ਧਰਮ ਉਹਨਾਂ ਦੇ ਜੀਵਨ ਵਿੱਚੋਂ ਨਜ਼ਰ ਆਉਂਦਾ ਸੀ। ਉਹਨਾਂ ਦੇ ਬੋਲਾਂ ਵਿੱਚੋਂ ਧਰਮ, ਉਹਨਾਂ ਦੇ ਜੀਵਨ ਵਿੱਚੋਂ ਧਰਮ ਜਿਹੜਾ ਉਹ ਨਜ਼ਰ ਆਉਂਦਾ ਸੀ। ਕੇਵਲ ਧਰਮ ਦਾ ਪਹਿਰਾਵਾ ਨਹੀਂ ਹੈ, ਬਲਕਿ ਪਹਿਰਾਵੇ ਦੇ ਪਿੱਛੇ ਵੀ ਧਰਮ ਹੈ। ਦੋ ਸ਼ਬਦ ਨੇ, ਇੱਕ ਹੈ ਵੇਸ ਤੇ ਦੂਜਾ ਭੇਖ, ਪਰ ਇਹ ਸਾਨੂੰ ਇੱਕੋ ਜਿਹੇ ਲੱਗਣਗੇ, ਪਰ ਬੜਾ ਫਰਕ ਆ। ਵੇਸ ਕਦੀ ਮਾੜਾ ਨਹੀਂ ਹੁੰਦਾ, ਕਿਉਂਕਿ ਵੇਸ ਅਸਲ ਦੇ ਵਿੱਚ, ਜੇ ਸਿੱਖ ਦੀ ਗੱਲ ਕਰੀਏ ਤੇ ਵੇਸ ਸਿੱਖ ਨੂੰ ਗੁਰੂ ਨੇ ਦਿੱਤਾ ਹੈ। ਅੱਜ ਜਿਹੜਾ ਵੇਸ ਪਹਿਰਾਵਾ ਹੈ, 5 ਕਕਾਰ ਨੇ, ਕੇਸ ਹੈ, ਇਹ ਸਾਰੀ ਦਾਤ ਕਿਹਨੇ ਦਿੱਤੀ ਸਾਨੂੰ? ਗੁਰੂ ਸਾਹਿਬ ਨੇ। ਤਾਂ ਇਹ ਵੇਸ ਮਾੜਾ ਥੋੜਾ, ਜੇ ਗੁਰੂ ਨੇ ਸਾਨੂੰ ਵੇਸ ਦਿੱਤਾ ਹੈ ਤੇ ਇਹ ਮਾੜਾ ਨਹੀਂ। ਹਾਂ, ਇਸ ਵੇਸ ਦੇ ਪਿੱਛੇ ਬਣਾਇਆ ਹੋਇਆ ਭੇਖ ਬਹੁਤ ਮਾੜਾ ਹੈ, ਇਹ ਗੱਲ ਸਮਝਣ ਵਾਲੀ ਹੈ। ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਆਖਿਆ, ਛੋਟੋ ਵੇਸ ਭੇਖ ਚਤੁਰਾਈ। ਅੱਜ ਜਿਹੜਾ ਵੇਸ ਦੇ ਪਿੱਛੇ ਤੂੰ ਭੇਖ ਬਣਾਇਆ ਹੋਇਆ ਨਾ, ਉਹ ਚਲਾਕੀਆਂ ਚਤਰਾਈਆਂ ਛੱਡ ਦੇ ਵੀ ਸ਼ਾਇਦ ਲੋਕਾਂ ਨੂੰ ਮੈਂ ਭਰਮਾਂ ਵਿੱਚ ਪਾ ਲਵਾਂਗਾ, ਤੇ ਗੁਰੂ ਨੂੰ ਇਸ ਗੱਲ ਦਾ ਸ਼ਾਇਦ ਪਤਾ ਨਹੀਂ ਹੋਵੇਗਾ। ਗੁਰੂ ਨੇ ਪਤਾ ਹੈ, ਇਸ ਤੇਰੇ ਅੰਦਰ ਦੀ ਹਰ ਇੱਕ ਗੱਲ ਨੂੰ ਜਾਣਦਾ ਹੈ। ਗੁਰੂ ਪਰਮੇਸ਼ਰ ਤੋਂ ਨਹੀਂ ਲੁਕਾ ਸਕਦਾ, ਦੁਨੀਆ ਤੋਂ ਲੁਕਾ ਸਕਦਾ ਹੈ। ਵੀ ਦੁਨੀਆ ਦੇ ਸਾਹਮਣੇ ਧਰਮੀ ਬਣ ਕੇ ਧਰਮੀ ਹੋਣ ਦਾ ਦਿਖਾਵਾ ਕਰ ਸਕਦਾ ਹੈ। ਕਦੀ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜਦੋਂ ਜਗਨਨਾਥਪੁਰੀ ਗਏ ਸਨ, ਤੇ ਉਸ ਸਮੇਂ ਉਸ ਧਾਰਮਿਕ ਮੰਦਰ ਤੋਂ ਥੋੜੀ ਦੂਰੀ ਤੇ ਇੱਕ ਕਲਯੁਗੀ ਨਾਮ ਦਾ ਪਾਂਡਾ ਬੈਠਾ ਸੀ, ਤੇ ਉਹ ਲੋਕਾਂ ਨੂੰ ਕੀ ਕਹਿ ਰਿਹਾ ਸੀ ਵੀ ਆਓ ਮੈਂ ਤੁਹਾਨੂੰ ਬ੍ਰਹਮਪੁਰੀ, ਸ਼ਿਵਪੁਰੀ ਦੇ ਮੈਂ ਦਰਸ਼ਨ ਕਰਾ ਦੇਣਾ, ਸਵਰਗਪੁਰੀ ਦੇ ਦਰਸ਼ਨ ਕਰਾ ਦੇਣਾ। ਉਹ ਇਸ ਚੀਜ਼ ਦਾ ਦਾਅਵਾ ਕਰ ਰਿਹਾ ਸੀ। ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜਦੋਂ ਗਏ, ਉੱਥੇ ਵੇਖਿਆ ਵੀ ਇਹ ਮਨੁੱਖ ਵਾਕਿਆ ਹੀ ਕੇਵਲ ਭੇਸ ਹੈ ਬਾਹਰੋਂ, ਪਰ ਅੰਦਰ ਭੇਖ ਬਣਾਇਆ ਹੋਇਆ। ਇਹ ਲੋਕਾਂ ਨੂੰ ਕਹਿ ਤਾਂ ਰਿਹਾ ਵੀ ਮੈਂ ਤੁਹਾਨੂੰ ਵਿਖਾ ਦੇਣਾ, ਪਰ ਇਹਦੇ ਪੱਲੇ ਹੈ ਕੁਛ। ਪਰ ਪ੍ਰੋਬਲਮ ਇਹ ਸੀ ਵੀ ਜਿਹੜੇ ਲੋਕ ਧਰਮੀ ਨੇ ਜਾਂ ਜਿਹੜੇ ਧਰਮ ਨੂੰ ਮੰਨਦੇ ਨੇ, ਉਹ ਮਨੁੱਖ ਜਿਹੜੇ ਹਨ, ਕਿਸੇ ਦੇ ਪਹਿਰਾਵੇ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੋ ਜਾਂਦੇ ਨੇ। ਹੁਣ ਲੋਕ ਬੜੇ ਪ੍ਰਭਾਵਿਤ ਹੋਏ ਵੇਖ ਕੇ ਕਲਯੁਗੀ ਪਾਂਡੇ ਨੂੰ ਵੀ ਇਹ ਤਾਂ ਜਿਹੜਾ ਵਾਕਿਆ ਸੱਚ ਕਹਿੰਦਾ ਹੋਵੇਗਾ, ਔਰ ਬੈਠਾ ਵੀ ਧਾਰਮਿਕ ਸਥਾਨ ਦੇ ਬਾਹਰ ਸੀ। ਤੇ ਇਸ ਤਰ੍ਹਾਂ ਲੋਕਾਂ ਦੀ ਲਾਈਨ ਲੱਗੀ ਹੋਈ, ਤੇ ਉਹਨੇ ਇੱਕ ਸਾਹਮਣੇ ਨਾ ਬਰਤਨ ਭਾਂਡਾ ਰੱਖਿਆ ਹੋਇਆ, ਤੇ ਉਹ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਬੈਠਾ ਹੋਇਆ। ਉਹ ਦੱਸ ਰਿਹਾ ਜਿਹੜਾ ਵੀ ਸਾਹਮਣੇ ਆਉਂਦਾ ਹੈ, ਤੇ ਹੁਣ ਸਾਹਮਣੇ ਆਉਣ ਵਾਲਾ ਜਦੋਂ ਸਿੱਕਾ ਉਹਦੇ ਵਿੱਚ ਆਉਂਦਾ ਹੈ, ਬਰਤਨ ਦੇ ਵਿੱਚ ਆਉਂਦਾ ਹੈ, ਤੇ ਉਹਨੂੰ ਪਤਾ ਲੱਗਦਾ ਵੀ ਸਾਹਮਣੇ ਕੁਛ ਮਾਇਆ ਧਨ ਆ ਰਹੀ ਹੈ, ਤੇ ਉਹ ਹੋਰ ਪਖੰਡ ਕਰਦਾ ਹੈ। ਕਿਸੇ ਨੂੰ ਕਹਿ ਰਿਹਾ ਤੈਨੂੰ ਇੰਨੇ ਸਾਲ ਦਾ ਸਵਰਗ ਮਿਲੇਗਾ, ਕਿਸੇ ਨੂੰ ਕਹਿ ਰਿਹਾ ਵੀ ਮੈਨੂੰ ਇਸ ਤਰ੍ਹਾਂ ਦਰਸ਼ਨ ਹੋ ਰਹੇ ਨੇ, ਆ ਮੈਂ ਤੈਨੂੰ ਵੀ ਦਰਸ਼ਨ ਕਰਾਵਾਂ। ਹੁਣ ਲੋਕ ਜਿਨ੍ਹਾਂ ਨੇ ਕਦੀ ਸਵਰਗ ਬਾਰੇ ਕੇਵਲ ਗੱਲਾਂ ਸੁਣੀਆਂ ਸਨ, ਅੱਜ ਉਹਨਾਂ ਨੂੰ ਜਦੋਂ ਸਵਰਗ ਵੇਖਣ ਦੀ ਗੱਲ ਵੀ ਜਿਉਂਦੇ ਜੀ ਕੋਈ ਸਵਰਗ ਵੀ ਹੈ, ਆਪਾਂ ਦਰਸ਼ਨ ਕਰੀਏ। ਹੁਣ ਉਹ ਲੋਕ ਜਿਹੜੇ ਸਵਰਗ ਤੇ ਨਰਕ ਦੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਇੱਕ ਭਰਮ ਭੁਲੇਖਾ ਪੈਦਾ ਕਰ ਰਹੇ ਸਨ, ਪਖੰਡ ਕਰ ਰਹੇ ਸਨ, ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਜਦੋਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਗਏ ਤੇ ਭਾਈ ਮਰਦਾਨੇ ਨੂੰ ਸਭ ਤੋਂ ਪਹਿਲਾਂ ਇਹ ਆਖਿਆ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਜਿਹੜੇ ਆਮ ਲੋਕ ਸਨ ਉਹਨਾਂ ਦਾ ਪਹਿਰਾਵਾ ਤੇ ਆਮ ਹੀ ਸੀ ਸੰਸਾਰੀਆਂ ਵਾਲਾ, ਪਰ ਜਿਹੜਾ ਸਾਹਮਣੇ ਬੈਠਾ ਹੋਇਆ ਕਲਯੁਗੀ ਪਾਂਡਾ ਸੀ, ਉਹਦਾ ਪਹਿਰਾਵਾ ਤਾਂ ਧਰਮੀਆਂ ਵਾਲਾ ਸੀ ਨਾ। ਤੇ ਲੋਕ ਉਹਦੇ ਵੇਸ ਨੂੰ ਵੇਖ ਕੇ ਤੇ ਪ੍ਰਭਾਵਿਤ ਹੋ ਰਹੇ ਸਨ। ਤੇ ਇਧਰੋਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦਾ ਵੀ ਜਿਹੜਾ ਵੇਸ ਹੈ ਉਹ ਵੀ ਧਰਮੀਆਂ ਵਾਲਾ ਹੈ, ਤੇ ਭਾਈ ਮਰਦਾਨਾ ਜੀ ਨੇ ਵੇਸ ਧਰਮੀਆਂ ਵਾਲਾ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਵੀ ਆ ਅੱਗੇ ਜਿਹੜਾ ਭਾਂਡਾ ਪਿਆ ਨਾ, ਇਹ ਚੁੱਕ ਕੇ ਤੇ ਜਿਸ ਥਾਂ ਤੇ ਬੈਠਾ ਇਹਦੇ ਬਿਲਕੁਲ ਪਿੱਛੇ ਲਿਜਾ ਕੇ ਰੱਖ ਦੇ। ਹੁਣ ਜਦੋਂ ਉਹ ਭਾਂਡਾ ਚੁੱਕ ਲਿਆ, ਹੁਣ ਲੋਕਾਂ ਨੂੰ ਨਹੀਂ ਇਸ ਗੱਲ ਦਾ ਪਤਾ, ਲੋਕ ਸੋਚਦੇ ਨੇ ਸ਼ਾਇਦ ਇਹ ਇਹਨਾਂ ਦੇ ਕੋਈ ਸਾਥੀ ਹੋਣਗੇ। ਜਦੋਂ ਬਰਤਨ ਅੱਗੋਂ ਚੁੱਕ ਕੇ ਮਾਇਆ ਵਾਲਾ ਪਿੱਛੇ ਰੱਖ ਦਿੱਤਾ, ਤੇ ਹੁਣ ਉਹਨੇ ਵੇਖਿਆ ਵੀ ਹੁਣ ਆਵਾਜ਼ ਨਹੀਂ ਆ ਰਹੀ,
ਅੱਗੇ ਤਾਂ ਸਿੱਕੇ ਪੈ ਰਹੇ ਸਨ ਤੇ ਆਵਾਜ਼ ਆ ਰਹੀ ਸੀ ਤੇ ਉਹ ਪਖੰਡ ਕਰ ਰਿਹਾ ਸੀ, ਪਰ ਹੁਣ ਉਹਨੇ ਵੇਖਿਆ ਵੀ ਆਵਾਜ਼ ਨਹੀਂ ਆ ਰਹੀ, ਨੇ ਅੱਖਾਂ ਖੋਲੀਆਂ। ਜਦੋਂ ਅੱਖਾਂ ਖੋਲੀਆਂ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਸਾਹਮਣੇ ਖੜੇ ਨੇ। ਤੇ ਹੁਣ ਉਹਨੇ ਜਦੋਂ ਮਾਰੀ ਝਾਤੀ ਸਾਹਮਣੇ ਵੀ ਬਰਤਨ ਕਿੱਥੇ ਹੈ, ਉਹ ਬੜਾ ਕ੍ਰੋਧ ਵਿੱਚ ਆ ਗਿਆ ਵੀ ਇਹ ਕਿੰਨੇ ਮਜ਼ਾਲ ਕੀਤੀ ਹੈ, ਕਿੰਨੇ ਇਹੋ ਜਿਹੀ ਕੁਤਾਹੀ ਕੀਤੀ ਹੈ, ਵੀ ਉਹ ਮੈਨੂੰ ਜਾਣਦਾ ਨਹੀਂ ਜਿਹਨੇ ਇਹ ਸ਼ਰਾਰਤ ਕੀਤੀ ਹੈ। ਇਹੋ ਜਿਹੇ ਲੋਕ ਡਰਾਵਾ ਵੀ ਬਹੁਤ ਦਿੰਦੇ ਨੇ ਵੀ ਤੈਨੂੰ ਸ਼ਰਾਪ ਦੇ ਦਿਆਂ। ਅਗਲਾ ਜਿਹੜਾ ਆਮ ਜਿਹਾ ਮਨੁੱਖ ਹੁੰਦਾ ਵਿਚਾਰਾ ਉਂਝ ਹੀ ਡਰ ਜਾਂਦਾ, ਘਬਰਾ ਜਾਂਦਾ ਵੀ ਕਿਤੇ ਸੱਚ ਹੀ ਨਾ ਹੋ ਜਾਵੇ। ਤੇ ਇਹੋ ਜਿਹੇ ਲੋਕਾਂ ਦੀ ਬੜੀ ਭਰਮਾਰ ਹੈ ਅੱਜ ਵੀ ਸਾਡੇ ਸਮਾਜ ਵਿੱਚ ਬੈਠੇ ਹੋਏ। ਆ ਸਵੇਰੇ ਸਵੇਰੇ ਚੈਨਲ ਤੁਸੀਂ ਚਲਾਓ, ਇਹੋ ਜਿਹੇ ਮਨੁੱਖ ਜਿਹੜੇ ਤੁਹਾਨੂੰ ਦਾਅਵਾ ਕਰਨਗੇ ਵੀ ਤੁਸੀਂ ਮਾਲਾ ਪਾ ਲਵੋ ਤੇ ਤੁਸੀਂ ਕਰੋੜਪਤੀ ਬਣ ਜਾਓਗੇ। ਤੇ ਮੈਂ ਇਹ ਦਾਅਵੇ ਨਾਲ ਕਹਿ ਦਿੰਦਾ ਵੀ ਅਸੀਂ ਬਣੀਏ ਨਾ ਬਣੀਏ, ਉਹ ਜ਼ਰੂਰ ਬਣ ਜਾਣਗੇ, ਕਿਉਂਕਿ ਜੇ ਉਹਨਾਂ ਦਾ 5000 ਦਾ ਵੀ 10,000 ਦਾ ਵੀ ਰੋਜ਼ ਇੱਕ ਵਿਕਦਾ ਰਿਹਾ ਤੇ ਉਹਨਾਂ ਨੂੰ ਮਹੀਨੇ ਸਾਲ ਜ਼ਰੂਰ ਬਣ ਜਾਣਗੇ। ਅਸਲ ਦੇ ਵਿੱਚ ਉਹ ਕੇਵਲ ਸਮਾਜ ਨੂੰ, ਦੁਨੀਆ ਨੂੰ ਮੂਰਖ ਬਣਾ ਰਹੇ। ਮਹਾਰਾਜ ਜਦੋਂ ਸਾਹਮਣੇ ਖਲੋਤੇ ਤੇ ਉਹਨਾਂ ਆਖਿਆ ਵੀ ਇਹ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਜੀ, ਤੇ ਸਾਡੇ ਅੰਦਰ ਵੀ ਲਾਲਸਾ ਸੀ ਵੀ ਅਸੀਂ ਵੀ ਸਵਰਗ ਦੇ ਦਰਸ਼ਨ ਕਰੀਏ, ਅਸੀਂ ਵੀ ਇੰਦਰਪੁਰੀ ਸ਼ਿਵਪੁਰੀ ਦੇ ਦਰਸ਼ਨ ਕਰੀਏ। ਅਸੀਂ ਵੀ ਆਏ ਹਾਂ ਦੂਰੋਂ ਚੱਲ ਕੇ, ਸਾਨੂੰ ਵੀ ਪਤਾ ਲੱਗਿਆ ਵੀ ਏਡੇ ਵੱਡੇ ਮਹਾਂਪੁਰਸ਼ ਬੈਠੇ ਹੋਏ, ਇੰਨੀ ਉਹਨਾਂ ਦੀ ਕਹਿਣ ਲੱਗੇ ਉੱਚੀ ਅਵਸਥਾ, ਇੰਨਾ ਧਿਆਨ ਇੰਨੀ ਦੂਰ ਵੀ ਜਿੱਥੇ ਕਿਸੇ ਦਾ ਧਿਆਨ ਨਹੀਂ ਜਾ ਸਕਦਾ ਤੁਹਾਡਾ ਧਿਆਨ ਜਾ ਰਿਹਾ। ਕਹਿਣ ਲੱਗੇ ਅੱਜ ਤੇ ਬੜੇ ਪ੍ਰਭਾਵਿਤ ਹੋਏ ਆ, ਬਹੁਤ ਦੂਰੋਂ ਚੱਲ ਕੇ ਆਏ ਆ, ਸਾਡੇ ਤੇ ਵੀ ਕਿਰਪਾ ਕਰ। ਹੁਣ ਉਹ ਥੋੜਾ ਜਿਹਾ ਚੰਬੇ ਵਿੱਚ ਪਿਆ ਵੀ ਇਹ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹ ਕੋਈ ਆਮ ਮਨੁੱਖ ਨਹੀਂ ਹੋ ਸਕਦਾ, ਕਿ ਆਮ ਮਨੁੱਖ ਤੇ ਡਰੇ ਹੋਏ ਨੇ, ਭੋਲੇ ਨੇ। ਇਹ ਜ਼ਰੂਰ ਕੋਈ ਨਾ ਕੋਈ ਕਹਿਣ ਲੱਗੇ ਵੀ ਇਹਨਾਂ ਤੋਂ ਵੱਖਰਾ ਹੈ, ਨਿਆਰਾ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਉਹਨੇ ਪਹਿਲਾਂ ਆਖਿਆ ਵੀ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਸਾਹਮਣੇ ਬਰਤਨ ਆ, ਭਾਂਡਾ ਆ, ਉਹ ਕਿਹਨੇ ਚੁੱਕਿਆ ਹੈ, ਕੁਤਾਹੀ ਕਿਹਨੇ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਵੀ ਪੰਡਤ ਜੀ ਇਸ ਰੱਬ ਤੇ ਤੁਸੀਂ ਇਹ ਲੋਕਾਂ ਨੂੰ ਇਹ ਦੱਸ ਰਹੇ ਹੋ ਇੰਦਰਪੁਰੀ ਦੀਆਂ ਗੱਲਾਂ, ਸ਼ਿਵਪੁਰੀ ਦੀਆਂ ਗੱਲਾਂ, ਸਵਰਗ ਦੀਆਂ ਗੱਲਾਂ, ਨਰਕ ਦੀਆਂ ਗੱਲਾਂ, ਤੁਸੀਂ ਕਹਿ ਰਹੇ ਹੋ ਮੇਰਾ ਧਿਆਨ ਉੱਥੇ ਜਾ ਰਿਹਾ ਹੈ, ਮੈਂ ਉੱਥੇ ਆ, ਉੱਥੇ ਕੀ ਹੋ ਰਿਹਾ ਹੈ, ਸਾਰਾ ਤੁਸੀਂ ਦੱਸ ਰਹੇ ਹੋ। ਤੇ ਜੇ ਤੁਹਾਡਾ ਧਿਆਨ ਇੰਨੀ ਦੂਰ ਜਾ ਰਿਹਾ ਹੈ, ਉਹ ਬਰਤਨ ਤੇ ਇੰਨੀ ਦੂਰ ਨਹੀਂ ਨਾ ਗਿਆ ਹੋਵੇਗਾ, ਤੇ ਤੁਹਾਡੇ ਨੇੜੇ ਹੀ ਹੋਵੇਗਾ। ਜਿਹੜਾ ਅੱਗੇ ਤੁਹਾਡੇ ਪਿਆ ਇਹ ਭਾਂਡਾ, ਉਹ ਤਾਂ ਤੁਹਾਡੇ ਨੇੜੇ ਹੋਣਾ, ਇੰਨੀ ਦੂਰ ਥੋੜਾ ਹੋਣਾ। ਤੇ ਤੁਸੀਂ ਕਿਰਪਾ ਕਰਕੇ ਸਾਨੂੰ ਉਹ ਹੀ ਦੱਸ ਦਿਓ ਵੀ ਉਹ ਭਾਂਡਾ ਕਿੱਥੇ ਹੈ। ਹੁਣ ਉਹ ਅਸਮੰਜਸ ਪੈ ਗਿਆ, ਉਹਨੂੰ ਕੋਈ ਗੱਲ ਨਾ ਆਵੇ। ਹਾਰ ਕੇ ਪਾਤਸ਼ਾਹ ਜੀ ਨੇ ਆਖਿਆ, ਕਹਿ ਲਗੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਚੁੱਕ ਕੇ ਲਿਆਓ ਭਾਂਡਾ। ਉਹ ਪਿੱਛੇ ਜਿਹੜਾ ਰੱਖਿਆ ਚੁੱਕ ਕੇ ਲਿਆਂਦਾ, ਕਹਿਣ ਗਿਆ ਐਵੇਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ, ਕਿਉਂ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ। ਆ ਜਿਹੜਾ ਤੁਸੀਂ ਵੇਸ਼ ਬਣਾਇਆ ਇਹਨੂੰ ਵੇਖ ਕੇ ਲੋਕ ਬੜਾ ਸਤਿਕਾਰ ਦਿੰਦੇ ਨੇ, ਬੜਾ ਇਹਦਾ ਮਾਣ ਕਰਦੇ ਨੇ। ਉਹ ਸਮਝਦੇ ਨੇ ਵੀ ਸ਼ਾਇਦ ਤੁਸੀਂ ਧਰਮੀ ਲੋਕ ਹੋ, ਤੁਹਾਡੇ ਜੀਵਨ ਵਿੱਚ ਧਰਮ ਹੋਵੇਗਾ। ਉਹ ਤੁਹਾਨੂੰ ਅਸਲ ਵਿੱਚ ਆ ਕੇ ਤੇ ਤੁਹਾਡੀ ਗੱਲ ਨੂੰ ਸੁਣਦੇ ਨੇ, ਤੁਹਾਡੀ ਗੱਲ ਨੂੰ ਮੰਨਦੇ ਨੇ। ਤੇ ਜੇ ਤੁਸੀਂ ਲੋਕ ਇਹੋ ਜਿਹੇ ਕੰਮ ਕਰੋਗੇ ਤੇ ਜਿਹੜਾ ਆਮ ਮਨੁੱਖ ਹੈ ਉਹ ਫਿਰ ਕਿਹਦੇ ਤੇ ਭਰੋਸਾ ਕਰੇਗਾ। ਮਹਾਰਾਜ ਨੇ ਤਾਂ ਹੀ ਆਖਿਆ ਛੋਟੋ ਵੇਸ਼ ਭੇਖ ਚਤੁਰਾਈ ਬੁੱਧਾ, ਇਹ ਫਲ ਨਾਹੀਂ ਜੀਓ। ਆ ਛੱਡੋ ਭਾਈ, ਆ ਜਿਹੜਾ ਤੁਸੀਂ ਵੇਸ਼ ਬਣਾਇਆ ਹੈ ਤੇ ਇਹਦੇ ਪਿੱਛੇ ਭੇਖ ਬਣਾਇਆ ਹੈ, ਵੇਸ਼ ਮੁਬਾਰਕ ਹੈ, ਚੰਗਾ ਹੈ। ਧਰਮੀ ਬਾਣਾ ਕਿਸੇ ਦਾ ਮਾੜਾ ਨਹੀਂ ਹੁੰਦਾ, ਭਾਵੇਂ ਹਿੰਦੂ ਦਾ ਹੈ, ਭਾਵੇਂ ਮੁਸਲਮ ਦਾ ਹੈ, ਭਾਵੇਂ ਈਸਾਈ, ਭਾਵੇਂ ਸਿੱਖ ਦਾ ਹੈ। ਇਹ ਬਾਣਾ ਮਾੜਾ ਨਹੀਂ ਹੈ। ਮਾਫ ਕਰਨਾ, ਅਸੀਂ ਇਹਨੂੰ ਨਿੰਦਣ ਲੱਗ ਜਾਂਦੇ, ਅਸੀਂ ਇਹਨੂੰ ਮਾੜਾ ਕਹਿਣ ਲੱਗ ਜਾਂਦੇ। ਇਹ ਮਾੜਾ ਨਹੀਂ ਹੈ, ਇਹਦੇ ਪਿੱਛੇ ਜਿਹੜਾ ਭੇਦ ਮਨੁੱਖ ਬਣਾ ਕੇ ਜਿਉਂਦਾ ਉਹ ਮਾੜਾ ਹੈ। ਬਸ ਮਹਾਰਾਜ ਆਖਦੇ ਨੇ ਜਿਹੜੇ ਵੇਸ਼ ਦੇ ਪਿੱਛੇ ਭੇਖ ਬਣਾ ਕੇ ਬੈਠੇ ਹੋਏ ਨੇ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਜੁਆਰੀ ਸਾਰਾ ਕੁਝ ਜੂਏ ਵਿੱਚ ਹਾਰ ਜਾਂਦਾ ਹੈ। ਬਸ ਪਾਖੰਡ ਕਰਨ ਵਾਲੇ ਮਨੁੱਖ ਜਿਹੜੇ ਹਨ ਉਹ ਆਪਣੇ ਜੀਵਨ ਨੂੰ ਇਸ ਤਰ੍ਹਾਂ ਗਵਾ ਲੈਂਦੇ ਨੇ ਜਿਵੇਂ ਜੂਏ ਵਿੱਚ ਜੁਆਰੀ ਹਾਰ ਜਾਂਦਾ, ਜੀਵਨ ਵੀ ਇਸੇ ਤਰ੍ਹਾਂ ਹਾਰ ਜਾਂਦਾ। ਤੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਦੂਜੇ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਨਾਮ ਜਪਣ ਵਾਲੇ, ਕਮਾਈ ਵਾਲੇ, ਸਿਮਰਨ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਬੰਦਗੀ ਕਰਨ ਵਾਲੇ, ਜੁੜੇ ਹੋਏ ਮਨੁੱਖ ਜਿਹੜੇ ਹਨ। ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਨੇ, ਸਾਹਿਬ ਆਖਦੇ ਨੇ ਜੀਓ ਨਿਰਮਲ ਬਾਹਰੋਂ ਨਿਰਮਲ, ਜਿਹੜੇ ਅੰਦਰੋਂ ਵੀ ਪਵਿੱਤਰ ਹਨ ਤੇ ਬਾਹਰੋਂ ਵੀ ਪਵਿੱਤਰ ਹਨ। ਜਿਹੜੇ ਇਸ ਚੀਜ਼ ਦਾ ਪਖੰਡ ਨਹੀਂ ਕਰਦੇ ਵੀ ਅਸੀਂ ਬਾਹਰੋਂ ਬੜੇ ਬੜੇ ਪਵਿੱਤਰ ਹਾਂ ਪਰ ਅੰਦਰੋਂ
ਪਵਿੱਤਰ ਨੇ। ਬਾਹਰ ਜਾ ਕੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁਦਾਂ ਕਾਲੀਆਂ ਬਾਹਰ ਛਿਟਕੀਆਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੇਵਲ ਉਸ ਪਾਂਡੇ ਨੂੰ ਨਹੀਂ ਸਮਝਾਇਆ, ਬਲਕਿ ਸੱਜਣ ਨੂੰ ਵੀ ਸਮਝਾਇਆ ਸੀ ਤੁਲੰਬੇ ਦੀ ਧਰਤੀ ਤੇ ਜਾ ਕੇ ਵੀ, ਸੱਜਣ ਜੀ ਤੁਸੀਂ ਵੀ ਕੇਵਲ ਬਾਹਰੀ ਪਹਿਰਾਵਾ ਵੇਸ਼ ਬਣਾਇਆ ਹੋਇਆ ਹੈ ਤੇ ਅੰਦਰ ਤੁਹਾਡੇ ਵੀ ਭੀਖ ਹੈ। ਤੁਸੀਂ ਵੀ ਅਸਲ ਸੱਜਣ ਨਹੀਂ, ਕਿਉਂਕਿ ਤੁਸੀਂ ਵੀ ਰਾਹੀਆਂ ਨੂੰ ਲੁੱਟਦੇ ਹੋ। ਧਰਮੀ ਬਾਣਾ ਪਾ ਕੇ ਰਾਹੀ ਆਉਂਦੇ ਨੇ, ਵਿਸ਼ਵਾਸ ਕਰਦੇ ਨੇ ਤੇ ਆਰਾਮ ਕਰਦੇ ਨੇ, ਤੁਸੀਂ ਉਹਨਾਂ ਨੂੰ ਲੁੱਟ ਲੈਂਦੇ ਹੋ, ਤੁਸੀਂ ਮਾਰ ਦਿੰਦੇ ਹੋ। ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਇੱਥੇ ਆਪਣੇ ਬਚਨ ਅੰਦਰ ਵੀ ਕਿਰਪਾ ਕੀਤੀ ਹੈ। ਜਿਹੜੇ ਅੰਦਰੋਂ ਵੀ ਪਵਿੱਤਰ ਹਨ ਭਾਈ, ਜਿਹੜੇ ਬਾਹਰੋਂ ਵੀ ਪਵਿੱਤਰ ਨੇ। ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਵਿੱਚ ਫਰਕ ਕੀ ਹੈ, ਅੰਤਰ ਕੀ ਹੈ? ਇੱਕ ਉਹ ਜਿਹੜੇ ਬਾਹਰੋਂ ਪਖੰਡ ਕਰ ਰਹੇ ਨੇ, ਬਾਹਰੋਂ ਧਰਮੀ ਪਰ ਅੰਦਰੋਂ ਨਹੀਂ, ਪਰ ਜਿਹੜੇ ਅੰਦਰੋਂ ਵੀ ਧਰਮੀ ਨੇ ਤੇ ਬਾਹਰੋਂ ਵੀ ਧਰਮੀ ਨੇ, ਉਹਨਾਂ ਦੇ ਵਿੱਚ ਫਰਕ ਕੀ ਹੈ? ਫਰਕ ਇਹ ਹੈ ਵੀ ਜਿਹੜੇ ਅੰਦਰੋਂ ਵੀ ਧਰਮੀ ਨੇ ਉਹ ਸਤਿਗੁਰ ਦੀ ਦੱਸੀ ਹੋਈ ਗੱਲ ਨੂੰ ਕਮਾ ਰਹੇ ਨੇ, ਗੁਰੂ ਦੇ ਉਪਦੇਸ਼ ਨੂੰ ਜੀਵਨ ਤੇ ਲਾਗੂ ਕਰ ਰਹੇ ਨੇ। ਤੇ ਜਿਹੜੇ ਲਾਗੂ ਨਹੀਂ ਕਰਦੇ, ਮਾਫ ਕਰਨਾ, ਉਹ ਭਾਵੇਂ ਧਰਮੀ ਹੋਣ ਦਾ ਪਖੰਡ ਕਰਨ, ਪਰ ਉਹ ਗੁਰੂ ਦੇ ਦਰ ਤੇ ਪ੍ਰਵਾਨ ਤੇ ਨਹੀਂ ਨਾ ਹੋ ਸਕਦੇ, ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ। ਪ੍ਰਵਾਨ ਉਹ ਹੀ ਹੋਣਗੇ ਜਿਹੜੇ ਗੁਰੂ ਦੀ ਦੱਸੀ ਗੱਲ ਨੂੰ ਕਮਾਉਣ ਦਾ ਯਤਨ ਕਰ ਰਹੇ, ਜਿਹੜੇ ਗੁਰੂ ਦਾ ਬਚਨ ਆਪਣੇ ਜੀਵਨ ਵਿੱਚ ਕਮਾ ਰਹੇ ਹਨ। ਗੁਰੂ ਦੀ ਨੇੜਤਾ ਉਹਨਾਂ ਨੂੰ ਹਾਸਲ ਹੁੰਦੀ ਹੈ। ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿੱਥੇ ਇਹ ਪਾਵਨ ਬਚਨਾਂ ਵਿੱਚ ਕਿਰਪਾ ਕੀਤੀ, ਇੱਕ ਥਾਂ ਤੇ ਗੁਰੂ ਸਾਹਿਬ ਪਾਵਨ ਬਾਣੀ ਅੰਦਰ ਕਿਰਪਾ ਕਰਦੇ ਨੇ, ਕਹਿਣ ਲੱਗੇ ਭਾਈ ਜਿਹੜੀ ਤੇਰੇ ਅੰਦਰ ਮੈਲ ਲੱਗੀ ਹੈ ਤੂੰ ਉਹ ਤਾਂ ਵੇਖਦਾ ਹੀ ਨਹੀਂ। ਤੂੰ ਕਹਿੰਦਾ ਮੈਂ ਬਾਹਰੋਂ ਨਿਰਮਲ ਆ, ਤੇਰੇ ਅੰਦਰ ਲੱਗੀ ਹੋਈ ਮੈਲ ਤੇ ਤੈਨੂੰ ਨਜ਼ਰ ਨਹੀਂ ਆਉਂਦੀ। ਜਿਹੜੀ ਤੇਰੇ ਅੰਦਰ ਮੈਲ ਹੈ ਉਹ ਮੈਲ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਜਾਣੀ। ਉਹ ਭਾਵੇਂ ਕਰਮ ਕਾਂਡਾਂ ਦੀ ਮੈਲ ਹੋਵੇ, ਵਿਕਾਰਾਂ ਦੀ ਹੋਵੇ, ਵਾਸ਼ਨਾਵਾਂ ਦੀ ਹੋਵੇ, ਉਹ ਮੈਲ ਮੋਹ ਮਮਤਾ ਦੀ ਹੋਵੇ, ਉਹ ਮੈਲ ਕਿਸੇ ਵੀ ਪ੍ਰਕਾਰ ਦੀ ਤੇਰੇ ਅੰਦਰ ਹੈ, ਉਹ ਮੈਲ ਉਹਨਾਂ ਚਿਰ ਦੂਰ ਨਹੀਂ ਹੋਣੀ ਜਿੰਨਾ ਚਿਰ ਤੂੰ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲਦਾ, ਨਾਮ ਦੀ ਕਮਾਈ ਨਹੀਂ ਕਰਦਾ। ਹੁਣ ਇੱਕ ਗੱਲ ਹੋਰ ਇੱਥੇ ਸਮਝਣ ਵਾਲੀ ਹੈ। ਕਈ ਸੱਜਣ ਇਹ ਆਖ ਦਿੰਦੇ ਨੇ ਵੀ ਬਹੁਤ ਪਾਠ ਕਰਦੇ ਆ, ਸਤ ਸੰਗਤ ਕਰਦੇ ਆ, ਭਾਈ ਸਾਹਿਬ ਸਾਡਾ ਮਨ ਨਹੀਂ ਟਿਕਦਾ। ਇੱਕ ਸਵਾਲ ਉਹਨਾਂ ਦਾ ਹੁੰਦਾ ਤੇ ਅਕਸਰ ਬਹੁਤ ਸੱਜਣ ਮਿਲਦੇ, ਭਾਈ ਸਾਹਿਬ ਪਾਠ ਕਰਦੇ ਆ, ਮਨ ਨਹੀਂ ਟਿਕਦਾ, ਪਤਾ ਨਹੀਂ ਕੀ ਗੱਲ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਆਖਿਆ, ਕਹਿਣ ਲੱਗੇ ਭਾਈ ਜਿਹੜਾ ਸੋਨਾ ਹੁੰਦਾ ਹੈ ਨਾ, ਜਦੋਂ ਸੋਨੇ ਨੂੰ ਕੁਠਾਲੀ ਵਿੱਚ ਪਾਇਆ ਜਾਂਦਾ ਹੈ ਤੇ ਥੱਲੇ ਸੇਕ ਉਹਨੇ ਦਿੱਤਾ ਜਾਂਦਾ ਹੈ ਤੇ ਉਹ ਜਿਹੜਾ ਸੋਨਾ ਉਹਦੇ ਵਿੱਚ ਦੌੜਦਾ ਹੈ, ਬਹੁਤ ਦੌੜਦਾ, ਜਿਵੇਂ ਸੇਕ ਲੱਗਦਾ ਹੈ। ਜੇ ਤੇ ਸੋਨੇ ਵਿੱਚ ਖੋਟ ਉਹ ਦੌੜੇਗਾ, ਬਹੁਤ ਬਹੁਤ ਦੌੜੇਗਾ। ਤੇ ਜਿਵੇਂ ਜਿਵੇਂ ਫਿਰ ਸੋਨੇ ਵਿੱਚੋਂ ਖੋਟ ਨਿਕਲਦੀ ਜਾਂਦੀ, ਫਿਰ ਇੱਕ ਥਾਂ ਤੇ ਟਿਕ ਜਾਂਦਾ। ਸੱਚ ਇਹ ਹੈ, ਜਿੰਨਾ ਚਿਰ ਸਾਡਾ ਮਨ ਸ਼ੁੱਧ ਨਹੀਂ ਹੁੰਦਾ, ਸਾਡੀ ਵਿਚਾਰ, ਸਾਡੀ ਸੋਚ ਨਿਰਮਲ ਨਹੀਂ ਹੁੰਦੀ, ਉਹਨਾਂ ਚਿਰ ਇਹਨੇ ਟਿਕਣਾ ਨਹੀਂ ਜੀ। ਤੇ ਹੁਣ ਗੁਰੂ ਅਸਲ ਵਿੱਚ ਦੇਦਾ ਥੱਲੇ ਸੇਕ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਜਦੋਂ ਮਨ ਤੇ ਚੋਟ ਕਰਦਾ ਹੈ ਤੇ ਇਹ ਮਨ ਫਿਰ ਹਰਕਤ ਵਿੱਚ ਆਉਂਦਾ ਹੈ ਨਾ। ਜਦੋਂ ਤੁਸੀਂ ਬਾਰ-ਬਾਰ ਕਿਸੇ ਚੀਜ਼ ਤੇ ਚੋਟ ਮਾਰੀ ਜਾਓ ਤੇ ਫਿਰ ਜਿਸ ਚੀਜ਼ ਤੇ ਚੋਟ ਮਾਰੇ ਫਰਕ ਤੇ ਪੈਂਦਾ ਹੈ ਨਾ, ਅਸਰ ਹੁੰਦਾ ਹੈ ਨਾ। ਜਦੋਂ ਤੁਸੀਂ ਵੇਖਦੇ ਹੋ ਵੱਡੀਆਂ ਵੱਡੀਆਂ ਖਾਨਾਂ ਵਿੱਚੋਂ ਲੋਹਾ ਨਿਕਲਦਾ ਹੈ ਤੇ ਕਈ ਵਾਰੀ ਵੇਖਿਆ ਹੈ ਉਹ ਲੋਹਾ ਕੱਚਾ ਹੁੰਦਾ ਹੈ ਪਰ ਉਹਦਾ ਆਕਾਰ ਬਹੁਤ ਵੱਡਾ ਹੁੰਦਾ ਹੈ ਤੇ ਉਹ ਜਿਹੜਾ ਲੋਹਾ ਹੈ ਉਹਨੂੰ ਸਿੱਧਾ ਕੱਟਿਆ ਨਹੀਂ ਜਾ ਸਕਦਾ, ਆਰੀ ਨਾਲ ਕੱਟ ਨਹੀਂ ਸਕਦੇ ਕਿਉਂਕਿ ਰੇਤਾ ਬਹੁਤ ਜ਼ਿਆਦਾ ਵਿੱਚ ਹੁੰਦਾ ਹੈ, ਤੁਸੀਂ ਸਿੱਧਾ ਲੋਹੇ ਨੂੰ ਕੱਟ ਨਹੀਂ ਸਕਦੇ। ਤੇ ਹੁਣ ਕੀ ਕੀਤਾ ਜਾਂਦਾ ਹੈ ਵੀ ਉਹ ਲੋਹੇ ਨੂੰ ਭੱਠੀ ਵਿੱਚ ਪਾਉਣਾ ਹੁੰਦਾ ਹੈ ਸ਼ੁੱਧ ਕਰਨ ਵਾਸਤੇ, ਤਾਂ ਹੁਣ ਦਾ ਆਕਾਰ ਵੱਡਾ ਹੋਣ ਕਾਰਨ ਭੱਠੀ ਵਿੱਚ ਪੈ ਨਹੀਂ ਸਕਦਾ, ਤਾਂ ਉਹਨੂੰ ਛੋਟਾ ਕਰਨਾ ਬਹੁਤ ਜ਼ਰੂਰੀ ਹੈ। ਤਾਂ ਫਿਰ ਕੁਝ ਮਨੁੱਖ 5-7 ਜਣੇ ਹਥੌੜੇ ਲੈ ਕੇ ਤੇ ਉਸ ਲੋਹੇ ਦੇ ਉੱਤੇ ਜਿਹੜਾ ਕੱਚਾ ਲੋਹਾ ਹੈ ਉਹਦੇ ਉੱਤੇ ਬਹੁਤ ਜ਼ੋਰ-ਜ਼ੋਰ ਦੀ ਚੋਟ ਕਰਦੇ ਨੇ, ਬਹੁਤ ਜ਼ੋਰ-ਜ਼ੋਰ ਦੀ ਮਾਰਦੇ। ਤੇ ਮੈਂ ਨਿੱਕਾ ਹੁੰਦਾ ਇਹ ਸੋਚਦਾ ਹੁੰਦਾ ਸਾਂ ਬਈ
ਇਹ ਮਾਰਦੇ ਤਾਂ ਇਹਦੇ ਉੱਤੇ ਨੇ, ਪਰ ਇਹਨੂੰ ਅਸਰ ਤੇ ਕੋਈ ਨਹੀਂ ਹੁੰਦਾ। ਇੱਕ ਵਾਰ ਮੈਂ ਪੁੱਛਿਆ ਸੀ, ਗਿਆਨੀ ਜੀ ਨੂੰ ਪੁੱਛਿਆ ਵੀ ਇਹ ਮਾਰਦੇ ਨੇ ਪਰ ਇਹਦੇ ਤੇ ਅਸਰ ਨਹੀਂ ਹੁੰਦਾ, ਤੇ ਫਿਰ ਇਹ ਮਾਰਦੇ ਕਿਉਂ ਨਹੀਂ, ਮਿਹਨਤ ਕਿਉਂ ਕਰਦੇ ਨੇ? ਉਹਨਾਂ ਕੋ ਬੜਾ ਪਿਆਰਾ ਜਵਾਬ ਦਿੱਤਾ ਸੀ। ਕਹਿਣ ਲੱਗੇ ਉਹ ਮਾਰਦੇ ਨੇ ਪਰ ਉਹ ਹੌਲੀ ਹੌਲੀ ਉਹਦੇ ਅੰਦਰ ਤਰੇੜ ਜਿਹੜੀ ਦਰਾਰ ਪੈਦਾ ਹੁੰਦੀ ਹੈ ਹੌਲੀ ਹੌਲੀ, ਪਰ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ। ਪਰ ਜਦੋਂ ਲਗਾਤਾਰ ਮਾਰਦੇ ਰਹਿੰਦੇ ਨੇ ਫਿਰ ਉਹ ਜਿਹੜਾ ਹੈ ਬਹੁਤ ਵੱਡੇ ਆਕਾਰ ਵਾਲਾ ਟੁਕੜਾ ਫਿਰ ਛੋਟੇ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ, ਪਰ ਅਸਰ ਹੁੰਦਾ ਹੈ। ਸੱਚ ਇਹ ਹੈ ਵੀ ਜਦੋਂ ਗੁਰੂ ਅਸਲ ਵਿੱਚ ਸ਼ਬਦ ਦੇ ਰਾਹੀਂ ਸਾਡੇ ਮਨ ਤੇ ਚੋਟ ਕਰਦੇ ਨੇ ਨਾ, ਤੇ ਇਹ ਮਨ ਹੁੰਦਾ ਮੈਲਾ, ਇਹ ਨਹੀਂ ਟਿਕਦਾ। ਬਾਰ-ਬਾਰ ਜਦੋਂ ਗੁਰੂ ਚੋਟ ਕਰਦਾ ਹੈ ਤੇ ਫਿਰ ਉਦੋਂ ਸਹਿਜੇ ਇਹ ਮਨ ਹੌਲੀ ਫਿਰ ਟਿਕਾ ਵਿੱਚ ਆਉਣਾ ਸ਼ੁਰੂ ਹੁੰਦਾ ਹੈ, ਕਿਉਂਕਿ ਇਹਦੇ ਵਿੱਚੋਂ ਮੈਲ ਜਿਹੜੀ ਹੈ, ਅਸ਼ੁੱਧਤਾ ਜਿਹੜੀ ਹੈ, ਉਹ ਨਿਕਲਣਾ ਸ਼ੁਰੂ ਹੋ ਜਾਂਦੀ ਹੈ। ਫਿਰ ਇੱਕ ਵਾਰ ਸਮਾਂ ਇਹ ਵੀ ਆਉਂਦਾ ਹੈ ਜਦੋਂ ਇਹ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ, ਤੇ ਜਿਹੜਾ ਸ਼ੁੱਧ ਮਨ ਹੈ ਉਹ ਫਿਰ ਟਿਕ ਜਾਂਦਾ ਹੈ। ਅਸ਼ੁੱਧ ਮਨ ਹੀ ਨਹੀਂ ਟਿਕਦਾ। ਇਹ ਕਾਰਨ ਹੈ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਨਿਤਨੇਮ ਕਰਨ ਵਾਸਤੇ, ਸੇਵਾ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਕਥਾ ਅਤੇ ਕੀਰਤਨ। ਇੱਕ ਗੱਲ ਹੋਰ ਸਮਝਿਓ, ਜਿਹੜਾ ਅਸ਼ੁੱਧ ਮਨ ਹੈ ਉਹ ਤਾਂ ਹੀ ਕਥਾ ਦੇ ਵਿੱਚ, ਵਿਚਾਰ ਦੇ ਵਿੱਚ ਨਹੀਂ ਟਿਕਦਾ, ਕਿਉਂਕਿ ਇਸ ਮਨ ਨੂੰ ਪਤਾ ਆ ਵੀ ਜੇ ਮੈਂ ਧਿਆਨ ਲਾਵਾਂਗਾ ਤੇ ਵਿਚਾਰ ਨੇ ਕਿਤੇ ਨਾ ਕਿਤੇ ਮੇਰੇ ਅੰਦਰ ਚੋਟ ਕਰਨੀ ਹੈ, ਸ਼ਬਦ ਨੇ ਚੋਟ ਕਰਨੀ, ਇਸ ਕਰਕੇ ਨਹੀਂ ਮਨ ਟਿਕਦਾ। ਤਾਂ ਪਾਤਸ਼ਾਹ ਆਖਦੇ ਨੇ ਇਸ ਮਨ ਨੂੰ ਤੂੰ ਗੁਰੂ ਸ਼ਬਦ ਨਾਲ ਜੋੜ, ਗੁਰੂ ਜੋ ਕਹਿ ਰਿਹਾ ਉਹਨੂੰ ਜੀਵਨ ਵਿੱਚ ਲਾਗੂ ਕਰ, ਉਹਨੂੰ ਕਮਾਉਣ ਦਾ ਯਤਨ ਕਰ। ਇੱਕ ਵਾਰ ਸਵੇਰੇ ਬਚਨ ਸਾਂਝਾ ਕੀਤਾ ਸੀ, ਮਹਾਰਾਜ ਆਖਦੇ ਨੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਜਿਹੜਾ ਉਹ ਮਹਾਨ ਹੈ। ਅਸੀਂ ਸਾਰੇ ਕਹਿੰਦੇ ਆ ਵੀ ਗੁਰੂ ਦਾ ਸ਼ਬਦ ਬਹੁਤ ਮਹਾਨ ਹੈ, ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ, ਵਾਕਿਆ ਹੀ ਮਹਾਨ ਹੈ। ਪਰ ਇਹ ਸਾਡੇ ਵਾਸਤੇ ਕਦੋਂ ਮਹਾਨ ਹੈ? ਅਸੀਂ ਇਹ ਦਾਅਵੇ ਨਾਲ ਕਹਿ ਸਕੀਏ ਵੀ ਗੁਰੂ ਦਾ ਸ਼ਬਦ ਸਾਡੇ ਵਾਸਤੇ ਮਹਾਨ ਹੈ। ਤੇ ਪਾਤਸ਼ਾਹ ਆਖਦੇ ਨੇ ਤੇਰੇ ਵਾਸਤੇ ਉਦੋਂ ਮਹਾਨ ਹੋਵੇਗਾ। ਕੋਈ ਚੀਜ਼ ਸਾਡੇ ਵਾਸਤੇ ਉਦੋਂ ਕੀਮਤੀ ਹੁੰਦੀ ਹੈ ਜਦੋਂ ਸਾਨੂੰ ਉਹਦੀ ਕੀਮਤ ਪਤਾ ਲੱਗਦੀ ਹੈ, ਜਦੋਂ ਸਾਡੇ ਕੋਲ ਹੁੰਦੀ ਹੈ। ਜੇ ਕਿਸੇ ਕੋਲ ਹੈ ਤੇ ਫਿਰ ਸਾਨੂੰ ਕੀ ਉਹਦੀ ਕੀਮਤ ਨਾਲ, ਭਾਵੇਂ ਕਿੰਨੀ ਮਹਿੰਗੀ ਵੀ ਹੋਵੇ, ਪਰ ਜਿਹੜੀ ਚੀਜ਼ ਸਾਡੇ ਕੋਲ ਹੈ ਔਰ ਜਿੰਨੀ ਕੀਮਤੀ ਹੁੰਦੀ ਹੈ ਉਨੀ ਸੰਭਾਲ ਅਸੀਂ ਉਹਦੀ ਕਰਦੇ, ਉਦੋਂ ਸਾਨੂੰ ਪਤਾ ਲੱਗਦਾ ਵੀ ਇਹਦੀ ਕੀਮਤ ਇੰਨੀ ਹੈ। ਤਾਂ ਮੇਰੇ ਪਾਤਸ਼ਾਹ ਆਖਦੇ ਨੇ ਗੁਰੂ ਦਾ ਸ਼ਬਦ ਬੜਾ ਕੀਮਤੀ ਹੈ, ਅਮੋਲਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਡੇ ਵਾਸਤੇ ਕੀਮਤੀ ਕਦੋਂ ਹੈ? ਮਹਾਰਾਜ ਆਖਦੇ ਨੇ ਉੱਤਮ ਸ਼ਲੋਕ ਸਾਧ ਕੇ ਬਚਨ ਅਮੁਲਿਕ ਲਾਲ ਇਹ ਰਤਨ। ਇਹ ਬੜੇ ਕੀਮਤੀ ਰਤਨ ਨੇ, ਇਹ ਬੜੇ ਕੀਮਤੀ ਲਾਲ ਨੇ, ਇੱਕ ਇੱਕ ਬਚਨ ਬੜਾ ਕੀਮਤੀ ਹੈ। ਪਰ ਸਾਡੇ ਵਾਸਤੇ ਕਦੋਂ ਹੈ? ਸਾਹਿਬ ਆਖਦੇ ਨੇ ਵੀ ਜਿੱਦਣ ਤੂੰ ਇਹਨਾਂ ਬਚਨਾਂ ਨੂੰ ਸੁਣ ਕੇ ਕਮਾਉਣਾ ਸ਼ੁਰੂ ਕਰ ਦੇਵੇਂਗਾ, ਉਦੋਂ ਇਹ ਬਚਨ ਤੈਨੂੰ ਵੀ ਉਨਾ ਹੀ ਕੀਮਤੀ ਬਣਾ ਦੇਣਗੇ ਜਿੰਨੇ ਕੀਮਤੀ ਇਹ ਬਚਨ। ਤਾਂ ਮੇਰੇ ਸਾਹਿਬ ਆਖਦੇ ਨੇ ਉੱਤਮ ਸ਼ਲੋਕ ਸਾਧ ਕੇ ਬਚਨ ਅਮੂਲਿਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਨਿਹਾਲ ਆਪ ਤਰ੍ਹਾਂ ਲੋਕੈ ਨਿਸਾਰ। ਜਿੱਦਣ ਤੂੰ ਸੁਣ ਕੇ ਇਹਨਾਂ ਨੂੰ ਕਮਾਉਣਾ ਸ਼ੁਰੂ ਕਰ ਦੇਵੇਂਗਾ ਉਦੋਂ ਤੇਰਾ ਵੀ ਜੀਵਨ ਸਫਲਾ ਹੋਵੇਗਾ ਤੇ ਤੂੰ ਸੰਸਾਰ ਨੂੰ ਉਪਦੇਸ਼ ਦੇ ਕੇ ਗੁਰੂ ਤੋਂ ਉਪਦੇਸ਼ ਲੈ ਕੇ ਸੰਸਾਰ ਨੂੰ ਵੰਡੇਗਾ ਤੇ ਸੰਸਾਰ ਦਾ ਵੀ ਭਲਾ ਹੋਵੇਗਾ। ਤਾਂ ਮੇਰੇ ਸਾਹਿਬ ਕਿਰਪਾ ਕਰ ਰਹੇ ਹਨ, ਸਤਿਗੁਰ ਤੇ ਕਰਨੀ ਕਮਾਣੀ। ਜਿਹੜਾ ਸਤਿਗੁਰ ਦਾ ਦਿੱਤਾ ਹੋਇਆ ਉਪਦੇਸ਼ ਹੈ, ਦੱਸੀ ਹੋਈ ਸਿੱਖਿਆ ਹੈ, ਉਸ ਮੁਤਾਬਕ ਉਹਨਾਂ ਦੇ ਜੀਵਨ ਦਾ ਜਿਹੜਾ ਹੈ ਹਰ ਕਰਮ ਹੋ ਜਾਂਦਾ ਹੈ, ਉਹਨਾਂ ਦੀ ਜੀਵਨ ਸ਼ੈਲੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਕੂੜ ਕੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ। ਕੂੜ ਝੂਠ ਉਹਨਾਂ ਦੇ ਅੰਦਰ ਨਹੀਂ ਜਾ ਸਕਦਾ, ਕਿਉਂਕਿ ਅੰਦਰ ਗੁਰੂ ਦਾ ਸ਼ਬਦ ਹੈ, ਉਹ ਸੁਚੇਤ ਕਰਦਾ ਹੈ, ਉੱਥੇ ਅੰਦਰ ਕੂੜ ਨਹੀਂ ਜਾ ਸਕਦਾ। ਬਲਕਿ ਜਿਹੜੀ ਵਾਸ਼ਨਾ ਹੈ ਉਹ ਵੀ ਸੱਚ ਵਿੱਚ ਲੀਨ ਹੋ ਜਾਂਦੀ ਹੈ, ਸਮਾ ਜਾਂਦੀ ਹੈ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਜਿਨ੍ਹਾਂ ਨੇ ਇਸ ਜੀਵਨ ਕੀਮਤੀ ਜੀਵਨ ਵਿੱਚ ਪਰਮਾਤਮਾ ਦੇ ਨਾਮ ਦੀ ਕਮਾਈ ਕਰ ਲਈ, ਭਾਵ ਜਿਨ੍ਹਾਂ ਨੇ ਜੀਵਨ ਸਫਲਾ ਕਰ ਲਿਆ, ਕਹਿ ਲਗੇ ਐਸੇ ਵਪਾਰੀ ਬੜੇ ਚੰਗੇ ਹਨ। ਅਖੀਰ ਗੁਰਦੇਵ ਆਖਦੇ ਨੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਨਾਨਕ ਜੀ ਆਖਦੇ ਹਨ
ਕਿ ਜਿਨ੍ਹਾਂ ਦਾ ਮਨ ਨਿਰਮਲ ਹੈ ਉਹ ਸਦਾ ਹੀ ਗੁਰੂ ਨਾਲ ਜੁੜੇ ਰਹਿੰਦੇ ਹਨ। ਉਹ ਸਦਾ ਹੀ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਉਹਨਾਂ ਦਾ ਮਨ ਕਿਹਨਾਂ ਦਾ? ਜਿਨ੍ਹਾਂ ਦਾ ਮਨ ਅੰਦਰੋਂ ਨਿਰਮਲ ਹੈ, ਪਵਿੱਤਰ ਹੈ, ਜਿਨ੍ਹਾਂ ਦਾ ਚਿੱਤ ਅੰਦਰੋਂ ਸ਼ੁੱਧ ਹੈ। ਗੁਰੂ ਸਾਹਿਬ ਕਿਰਪਾ ਕਰਨ ਪਿਆਰਿਓ, ਗੁਰੂ ਕੇ ਸ਼ਬਦ ਦੀ, ਗੁਰੂ ਕੀ ਬਾਣੀ ਦੀ ਆਪਾਂ ਵਿਚਾਰ ਕਰਕੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਈਏ, ਤਾਂ ਜੋ ਸਾਡਾ ਜੀਵਨ ਜਿਹੜਾ ਹੈ ਉਹ ਵਾਕਿਆ ਹੀ ਨਿਰਮਲ ਹੋਵੇ, ਅੰਦਰੋਂ ਵੀ ਤੇ ਬਾਹਰੋਂ ਵੀ, ਤਾਂ ਜੋ ਸਾਡਾ ਸਾਰਿਆਂ ਦਾ ਮਨੁੱਖਾ ਜੀਵਨ ਸਫਲਾ ਹੋ ਸਕੇ। ਸਤਿਗੁਰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਨਵੇਂ ਸਾਲ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਮਹਾਰਾਜ ਸਾਰਿਆਂ ਸਾਲ ਚੜ੍ਹਦੀ ਕਲਾ ਹੋਵੇ, ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।